ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਮੁਲਤਵੀ ਤੇ ਅੱਗੇ ਪਾਉਣ ਦੇ ਫੈਸਲੇ ਪਿੱਛੇ ਤਾਕਤਾਂ ਅਤੇ ਉਹਨਾਂ ਦੇ ਇਰਾਦਿਆਂ ਨੂੰ ਲੈ ਕੇ ਕਈ ਸਵਾਲ ਪੰਥਕ ਹਲਕਿਆਂ ਵਿੱਚ ਖੜੇ ਹੋਣ ਲੱਗੇ ਹਨ ਅਤੇ ਡੀਐਸਜੀਐਮਸੀ ਦੀ ਸੁਤੰਤਰ ਰੁਤਬੇ ਨੂੰ ਲੈ ਕੇ ਭੜਾਸ ਕੱਢੀ ਜਾ ਰਹੀ ਹੈ। ਡੀਐਸਜੀਐਮਸੀ ਦੀ ਚੋਣਾਂ 25 ਅਪ੍ਰੈਲ ਨੂੰ ਹੋਣੀਆਂ ਸਨ, ਪਰ ਕੋਵਿਡ ਮਹਾਮਾਰੀ ਵਿੱਚ ਅਚਾਨਕ ਹੋਏ ਵਾਧੇ ਕਾਰਨ ਦਿੱਲੀ ਸਰਕਾਰ ਨੇ ਚੋਣਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਅਤੇ ਨਵੀਂ ਤਾਰੀਖ ਦਾ ਐਲਾਨ ਹੋਣਾ ਅਜੇ ਬਾਕੀ ਹੈ। ਡੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਦਿੱਲੀ ਮੁਖੀ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅਸੀਂ ਕੋਵਿਡ ਦੇ ਕੇਸਾਂ ਵਿੱਚ ਵਾਧਾ ਹੋਣ ਕਾਰਨ ਚੋਣਾਂ ਮੁਲਤਵੀ ਕਰਨ ਦੇ ਦਿੱਲੀ ਸਰਕਾਰ ਦੇ ਫੈਸਲੇ ਨਾਲ ਸਹਿਮਤ ਹੋਏ ਅਤੇ ਸਾਨੂੰ ਦੱਸਿਆ ਗਿਆ ਕਿ ਚੋਣਾਂ 7 ਤੋਂ 10 ਦਿਨਾਂ ਦੇ ਅੰਦਰ ਅੰਦਰ ਕਰਵਾਈਆਂ ਜਾਣਗੀਆਂ, ਪਰ ਬਾਅਦ ਵਿੱਚ ਦੱਸਿਆ ਗਿਆ ਕਿ ਚੋਣਾਂ 18 ਜੁਲਾਈ ਨੂੰ ਹੋਣਗੀਆਂ। ਇਹ ਕਮੇਟੀ ਜਿਹੜੀ ਭ੍ਰਸ਼ਟ ਪ੍ਰਬੰਧਕ ਹੈਗੇ, ਇਹਨਾਂ ਨੇ 30 ਮਾਰਚ ਤੋਂ ਕੋਡ ਆਫ ਕੰਡਕਟ ਲਾਗੂ ਹੋਇਆ ਹੈ। 30 ਮਾਰਚ ਤੋਂ ਬਾਅਦ ਇਵਨ ਡੂਰਿੰਗ ਇਲੈਕਸ਼ਨਸ ਇਹਨਾਂ ਨੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ, ਗੁਰਦੁਆਰਾ ਕਮੇਟੀ ਚੋਂ ਇਲਾਕਿਆਂ ਦੇ ਵਿੱਚ ਰਾਸ਼ਨ ਭੇਜੇ, ਫੰਡ ਦਿੱਤੇ, ਸਹਾਇਤਾ ਦਿੱਤੀਆਂ। ਬਾਦਲ ਦਲ ਸਾਰੀ ਚੋਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੰਡਾਂ ਨਾਲ ਲੜਿਆ ਔਰ ਜਦ ਹਾਲਾਂ ਅਸੀਂ ਚਾਹੁੰਦੇ ਸੀ ਕਿ ਇਹ ਇਲੈਕਸ਼ਨ 25 ਅਪ੍ਰੈਲ ਨੂੰ ਹੋ ਕੇ ਤੇ ਗੱਲ ਮੁੱਕ ਜਾਏ, ਪਰ ਚਲੋ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਸਰਕਾਰ ਨੇ ਜਿਹੜਾ ਫੈਸਲਾ ਲਿਆ ਅਸੀਂ ਉਹਦਾ ਸਵਾਗਤ ਕੀਤਾ। ਪਰ ਉਸ ਤੋਂ ਬਾਅਦ ਬਸ ਨਹੀਂ ਹੋ ਰਹੀ ਸਰਸੇ ਦੀ ਜਿਹੜੀ ਕਰਪਸ਼ਨ ਦੀਆਂ ਔਰ ਜਿਹੜੀਆਂ ਕਿ ਕੋਡ ਆਫ ਕੰਡਕਟ ਨੂੰ ਤੋੜਨ ਦੀਆਂ। ਗਜ਼ਬ ਦੀ ਗੱਲ ਹੈ ਵੇ ਬਈ 1 ਟੁੱਟੇ, 2 ਟੁੱਟੇ, 3 ਟੁੱਟੇ, ਸੈਂਕੜੇ ਵਾਰ ਇਸਨੇ ਕੋਡ ਆਫ ਕੰਡਕਟ ਨੂੰ ਬਣਾ ਕੇ ਤੋੜਿਆ। ਪਰ ਦਿੱਲੀ ਦੀ ਸਰਕਾਰ ਨੇ ਜਾਂ ਗੁਰਦੁਆਰਾ ਡਾਇਰੈਕਟਰ ਬੋਰਡ ਨੇ ਕੋਈ ਚਿੱਠੀ ਲਿਖੀ ਹੋਏ ਇਹਨਾਂ ਨੂੰ ਕੁਝ ਕਿਹਾ ਹੋਵੇ ਤਾਂ ਸਾਨੂੰ ਹਾਲ ਤੱਕ ਸਾਡੇ ਕੋਲ ਕੋਈ ਖਬਰ ਨਹੀਂ, ਪਰ ਇਸਨੇ ਕੋਈ ਤਾੜਨਾ ਨਹੀਂ ਦਿੱਤੀ ਗਈ। ਪਹਿਲੇ ਇਸਨੇ ਕਾਵੜ ਸੈਂਟਰ ਬਣਾਉਣ ਦੇ ਐਲਾਨ ਕੀਤਾ, ਫਿਰ ਲੋਕਾਂ ਨੂੰ ਕਿਹਾ ਜੀ ਵਜ਼ੀਫੇ ਦੇਵਾਂਗੇ, ਫਲਾਣ ਦੇਵਾਂਗੇ। ਅੱਜ ਸਰੇਆਮ ਪ੍ਰੈਸ ਕਾਨਫਰੰਸ ਕਰਕੇ ਇਸਨੇ ਕਿਹਾ ਜੀ ਮੈਂ 5-5 ਹਜ਼ਾਰ ਰੁਪਏ ਦੇ ਵਜ਼ੀਫੇ ਦੇਵਾਂਗਾ, ਜਿਹੜੇ ਗੁੰਦੇ ਚਲੇ ਗਏ 2500 ਰੁਪਏ ਉਹਨਾਂ ਨੂੰ ਦੇਵਾਂਗਾ। ਪੁੱਛੋ ਜਦ ਉਹ ਬਿਮਾਰ ਸਨ ਕਾਵੜ ਕਰਕੇ, ਤੁਸੀਂ ਉਹਨਾਂ ਨੂੰ ਤਨਖਾਹਾਂ ਤੇ ਦਿੱਤੀਆਂ ਨਹੀਂ ਤੇ ਉਹ ਵਿਚਾਰੇ ਚਲਾਣਾ ਕਰ ਗਏ। ਹੁਣ ਉਹ ਜਾਣ ਤੋਂ ਬਾਅਦ ਉਹਨਾਂ ਦੇ ਮੂੰਹ 'ਚ ਕਿਹੜਾ ਪਾਣੀ ਪਾਉਂਦੇ ਪਏ ਹੋ ਅਤੇ ਕੀ ਪਾਓਗੇ ਤੁਸੀਂ? ਇਹ ਸਿਰਫ ਖੋਖਲੇ ਇਹਨਾਂ ਦੇ ਐਲਾਨ ਸਨ। ਪਰ ਮੈਂ ਇਹ ਹੈਰਾਨ ਕਿ ਦਿੱਲੀ ਦੀ ਸਰਕਾਰ ਚੁੱਪ ਕਰਕੇ ਵੀ ਬੈਠੀ ਹੋਈ ਹੈ। ਇਹ ਕਿਉਂ ਨਹੀਂ ਇਸ ਦੇ ਉੱਤੇ ਐਕਸ਼ਨ ਲੈ ਰਹੀ? ਕਿਉਂ ਨਹੀਂ ਗੁਰਦੁਆਰਾ ਕਮੇਟੀ ਦੀ ਚੋਣ ਜਿਹੜੀ ਸਰਕਾਰ ਨੇ ਕਿਹਾ ਸੀ 18 ਜੁਲਾਈ ਨੂੰ ਕਰਨ ਵਾਸਤੇ ਅਸੀਂ ਤਿਆਰ ਹਾਂ, ਉਹਨੂੰ ਕਿਉਂ ਅੱਗੇ ਪਾਇਆ ਗਿਆ, ਕਿਉਂ ਰੋਕਿਆ ਗਿਆ? ਸਾਨੂੰ ਨਹੀਂ ਪਤਾ। ਅਸੀਂ ਕਿਸੇ ਕਿਸਮ ਦੀ ਜਲਦਬਾਜ਼ੀ 'ਚ ਨਹੀਂ ਹਾਂ, ਪਰ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਇਹ ਕੋਡ ਆਫ ਕੰਡਕਟ ਨੂੰ ਤੋੜ ਰਿਹਾ ਬਾਦਲ ਦਲ ਔਰ ਖਾਸ ਤੌਰ ਤੇ ਸਰਸਾ, ਇਸ ਤੇ ਫੌਰਨ ਲਗਾਮ ਲਗਾਈ ਜਾਵੇ। ਡੀਐਸਜੀਐਮਸੀ ਦੀਆਂ ਕੁੱਲ 46 ਸੀਟਾਂ ਵਿੱਚੋਂ ਸੂਤਰਾਂ ਨੇ ਦੱਸਿਆ ਕਿ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਲਗਭਗ 35 ਸੀਟਾਂ ਸੁਤੰਤਰ ਤੌਰ ਤੇ ਲੜੇਗੀ, ਜਦਕਿ ਇਸ ਦਾ 7 ਸੀਟਾਂ ਉੱਤੇ ਗੱਠਜੋੜ ਹੋਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਮਾਇਤ ਪ੍ਰਾਪਤ ਮਨਜਿੰਦਰ ਸਿੰਘ ਸਿਰਸਾ ਸਾਰੀਆਂ 46 ਸੀਟਾਂ ਤੇ ਚੋਣ ਲੜਨ ਲਈ ਤਿਆਰ ਹਨ, ਜਦਕਿ ਜਾਗੋ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ 2 ਦਰਜਨ ਸੀਟਾਂ ਤੇ ਚੋਣ ਲੜ ਸਕਦੇ ਹਨ। ਹਾਲਾਂਕਿ ਦਿੱਲੀ ਦੀ ਸਿੱਖ ਸੰਗਤ ਧਾਰਮਿਕ ਅਸਥਾਨਾਂ ਦੇ ਪ੍ਰਬੰਧਨ ਲਈ ਆਪਣੇ ਨੁਮਾਇੰਦੇ ਚੁਣੇਗੀ, ਪਰ ਡੀਐਸਜੀਐਮਸੀ ਦੁਆਰਾ ਚਲਾਏ ਜਾ ਰਹੇ ਵਿਦਿਅਕ ਅਤੇ ਮੈਡੀਕਲ ਸੰਸਥਾਵਾਂ ਵਿੱਚ ਹੋਰ ਬਹੁਤ ਕੁਝ ਸ਼ਾਮਲ ਹੈ। ਡੀਐਸਜੀਐਮਸੀ 12 ਇਤਿਹਾਸਕ ਗੁਰਦੁਆਰੇ, 13 ਪਬਲਿਕ ਸਕੂਲ, 4 ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਅਤੇ ਡਿਗਰੀ ਕਾਲਜ, 5 ਪ੍ਰਬੰਧਨ ਕਾਲਜ, 2 ਬੀਐਡ ਕਾਲਜ, 1 ਪੋਲ ਟੈਕਨੀਕਲ ਕਾਲਜ, 1 ਆਈਟੀਆਈ ਅਤੇ 1 ਇੰਜੀਨੀਅਰਿੰਗ ਕਾਲਜ ਦਾ ਪ੍ਰਬੰਧਨ ਵੇਖਦੀ ਹੈ। ਸੂਤਰਾਂ ਨੇ ਕਿਹਾ ਕਿ ਇਹ ਸਿਰਫ ਦਿੱਲੀ ਵਿੱਚ ਸਿੱਖਾਂ ਦੇ ਧਾਰਮਿਕ ਮਾਮਲਿਆਂ ਦਾ ਪ੍ਰਬੰਧਨ ਅਤੇ ਧਾਰਮਿਕ ਕਾਰਜਾਂ ਦਾ ਆਯੋਜਨ ਨਹੀਂ ਹੈ, ਬਲਕਿ ਡੀਐਸਜੀਐਮਸੀ ਇੱਕ ਸਮਾਂਤਰ ਤਾਕਤ ਵਾਲੀ ਸੀਟ ਹੈ ਅਤੇ ਇਸ ਦਾ ਪ੍ਰਧਾਨ ਆਪਣੇ ਹਜ਼ਾਰਾਂ ਮੁਲਾਜ਼ਮਾਂ ਦਾ ਭਵਿੱਖ ਕੰਟਰੋਲ ਕਰਦਾ ਹੈ ਅਤੇ ਕਿਸੇ ਹੋਰ ਪ੍ਰਕਿਰਿਆ ਦੀ ਤਰ੍ਹਾਂ ਡੀਐਸਜੀਐਮਸੀ ਚੋਣਾਂ ਦੀ ਪ੍ਰਕਿਰਿਆ ਲਗਭਗ ਇੱਕੋ ਜਿਹੀ ਹੈ। ਪਰ ਡੀਐਸਜੀਐਮਸੀ ਚੋਣਾਂ ਕਰਵਾਉਣ ਲਈ ਮੁਲਤਵੀ ਕਰਨਾ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਉੱਤੇ ਡੀਐਸਜੀਐਮਸੀ ਚੋਣਾਂ ਦੇ ਨਤੀਜਿਆਂ ਦੇ ਪ੍ਰਭਾਵ ਦੇ ਸੰਦਰਭ ਵਿੱਚ ਵੇਖਿਆ ਜਾਂਦਾ ਹੈ। ਜੇ ਸੱਤਾਧਾਰੀ ਅਕਾਲੀ ਦਲ ਬਾਦਲ ਸਿਰਸਾ ਸਮੂਹ ਡੀਐਸਜੀਐਮਸੀ ਦੀਆਂ ਚੋਣਾਂ ਵਿੱਚ ਕਾਫੀ ਬਹੁਮਤ ਨਾਲ ਕਾਫੀ ਸੀਟਾਂ ਹਾਸਲ ਕਰ ਲੈਂਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਦਿੱਲੀ ਵਿੱਚ ਆਪਣੀਆਂ ਨੀਤੀਆਂ ਅਤੇ ਜਿੱਤ ਦਾ ਲਾਹਾ ਲੈਣ ਦਾ ਮੌਕਾ ਮਿਲੇਗਾ, ਜੋ ਸਿੱਖ ਵੋਟਰਾਂ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਪੰਜਾਬ ਦੀਆਂ 2022 ਦੀਆਂ ਚੋਣਾਂ ਦੌਰਾਨ ਇਕੱਠੀਆਂ ਚੋਣਾਂ ਅਤੇ ਆਪ ਦੀਆਂ ਸੰਭਾਵਨਾਵਾਂ ਤੇ ਮਾੜਾ ਪ੍ਰਭਾਵ ਪਵੇਗਾ। ਪਰ ਜਦੋਂ ਇਲੈਕਸ਼ਨ ਦਾ ਪ੍ਰੋਸੈਸ ਚੱਲ ਗਿਆ, ਕੋਡ ਆਫ ਕੰਡਕਟ ਲਾਗੂ ਹੋ ਗਿਆ, ਤਾਂ ਉਸ ਤੋਂ ਬਾਅਦ ਇਹ ਕਲੀਅਰ ਹੈ ਔਰ ਇਹ ਜਿਹੜਾ ਪਾਰਲੀਮੈਂਟ ਐਕਟ ਹੈ ਕਿ ਜਦੋਂ ਵੀ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋ ਜਾਏ ਉਦੋਂ ਕੋਈ ਵੀ ਐਕਸਟਰਾ ਆਰਡੀਨਰੀ ਡਿਸੀਜਨ ਨਹੀਂ ਲਏ ਜਾ ਸਕਦੇ, ਰੂਟੀਨ ਕੰਮ ਕੀਤਾ ਜਾ ਸਕਦਾ ਹੈ। ਪਰ ਇਹ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵਿੱਚ ਪਿਛਲੇ 2.5-3 ਮਹੀਨੇ ਤੋਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ
ਵਾਇਲੇਸ਼ਨ ਹੋ ਰਹੀ ਹੈ ਮਰਿਆਦਾ ਦੀ, ਕੋਡ ਆਫ ਕੰਡਕਟ ਦੀ। ਔਰ ਐਸੇ ਡਿਸੀਜ਼ਨ ਕੀਤੇ ਗਏ ਨੇ ਇੱਕ ਬੰਦੇ ਦਾ ਦੌਰਾ ਜਾਂ ਦੋ ਪ੍ਰਧਾਨ ਤੇ ਸਕੱਤਰ ਵੱਲੋਂ, ਜਿਹੜੇ ਕਿ ਮਸਟ ਸੀ ਕਿ ਉਹ ਐਗਜ਼ੈਕਟਿਵ ਮੀਟਿੰਗ ਨਹੀਂ, ਉਹਦੇ ਲਈ ਤਾਂ ਜੋ ਹੈ ਜ਼ਰੂਰੀ ਸੀ ਜਨਰਲ ਹਾਊਸ ਬੁਲਾਉਣਾ। ਔਰ ਇਹ ਸਭ ਆਪਣੇ ਆਪ ਕੀਤੇ ਜਾ ਰਹੇ ਨੇ। ਅਸੀਂ 21 ਮੈਂਬਰ ਇਕੱਠੇ ਵੀ ਹੋਏ, ਇੱਕ ਮੈਮੋਰੰਡਮ ਵੀ ਦਿੱਤਾ ਗੁਰਦੁਆਰਾ ਇਲੈਕਸ਼ਨ ਬੋਰਡ ਨੂੰ ਉਸਦਾ, ਔਰ ਉਸਦੀ ਸੁਣਨ ਨੂੰ ਆਇਆ ਹੈ ਕਿ ਥੋੜ੍ਹੇ ਦਿਨ ਹੋਏ ਨੇ ਇਲੈਕਸ਼ਨ ਬੋਰਡ ਨੇ ਪ੍ਰਧਾਨ ਸਾਹਿਬ ਨੂੰ ਚਿੱਠੀ ਵੀ ਲਿਖੀ ਦਿੱਲੀ ਕਮੇਟੀ ਦੇ ਕਿ ਇਹ 21 ਬੰਦਿਆਂ ਨੇ ਸਾਨੂੰ ਚਿੱਠੀ ਲਿਖੀ ਤੇ ਇਸ ਬਾਰੇ ਤੁਸੀਂ ਆਪਣਾ ਸਪਸ਼ਟੀਕਰਨ ਦਿਓ। ਪਰ ਇਹ ਤਾਂ ਦੁਨੀਆ ਦੇਖ ਰਹੀ ਹੈ ਕਿ ਜਿਹੜੇ ਇੰਨੇ ਵੱਡੇ ਡਿਸੀਜ਼ਨ ਲੈਣੇ, ਚਾਹੇ ਉਹ ਹਸਪਤਾਲ ਬਣਾਉਣਾ ਹੈ, ਚਾਹੇ ਉਹ ਨੌਕਰੀਆਂ ਦੇਣਾ ਹੈ, ਚਾਹੇ ਉਹ ਵਜ਼ੀਫੇ ਦੇਣੇ, ਜਾਂ ਜਿਹੜੇ ਵੱਡੀਆਂ ਵਾਅਦੇ ਕੀਤੇ ਗਏ, ਚਾਹੇ ਉਹ ਪੈਨਸ਼ਨਾਂ ਦੀ ਗੱਲ ਹੈ, ਕੌਣ ਇਸ ਗੱਲ ਨੂੰ ਵਿਰੋਧ ਕਰ ਸਕਦਾ ਹੈ ਕਿ ਕਿਸੇ ਗਰੀਬ ਦੀ ਮਦਦ ਨਾ ਕੀਤੀ ਜਾਵੇ। ਗੁਰਦੁਆਰਾ ਕਮੇਟੀ ਬਣੀ ਹੀ ਸੇਵਾ ਲਈ ਹੈ, ਪਰ ਉਸ ਜਿਹੜਾ ਵੀ ਕੋਈ ਵਜ਼ੀਫਾ ਦੇਣਾ ਹੈ ਜਾਂ ਨੌਕਰੀ ਦੇਣੀ ਹੈ ਜਾਂ ਕੁਛ ਵੀ ਕਰਨਾ ਹੈ, ਉਹਦਾ ਇੱਕ ਪ੍ਰੋਸੈਸ ਹੈ, ਉਹ ਐਕਟ ਨਾਲ ਚੱਲਣਾ ਚਾਹੀਦਾ। ਉਸ ਪ੍ਰੋਸੈਸ ਨੂੰ ਦੇ ਡੋਂਟ ਫਾਲੋ। ਤੋ ਇਹ ਇੱਕ ਬੜੀ ਵੱਡੀ ਜਿਹੜੀ ਇੱਕ ਵਾਇਲੇਸ਼ਨ ਹੋ ਰਹੀ ਹੈ ਐਕਟ ਦੀ। ਔਰ ਅੱਜ ਅਸੀਂ ਸਵੇਰੇ ਢੀਂਡਸਾ ਸਾਹਿਬ ਨਾਲ ਵੀ ਗੱਲ ਕਰ ਰਹੇ ਸੀ, ਤੇ ਢੀਂਡਸਾ ਸਾਹਿਬ ਵੀ ਸ਼ਾਇਦ ਇੱਕ ਕੇਜਰੀਵਾਲ ਸਾਹਿਬ ਨੂੰ ਲੈਟਰ ਲਿਖ ਰਹੇ ਨੇ ਕਿ ਇਲੈਕਸ਼ਨ ਡਿਲੇ ਨਾ ਕਰੋ, ਔਰ ਜਿਹੜੀ ਇਸ ਤਰ੍ਹਾਂ ਦੇ ਬੇਮਤਲਬ ਦੇ ਖਰਚ ਕੀਤੇ ਜਾ ਰਹੇ ਨੇ, ਜਿਹੜੇ ਬਿਲਕੁਲ ਵੀ ਇਸ ਸਮੇਂ ਜਦੋਂ ਕਿ ਕੋਡ ਆਫ ਕੰਡਕਟ ਲੱਗਿਆ ਨਹੀਂ ਕੀਤੇ ਜਾ ਸਕਦੇ। ਤੋ ਮੈਨੂੰ ਲੱਗਦਾ ਕਿ ਕਮੇਟੀ ਜਿਹੜੀ ਹੈ ਇਹ ਆਪਣੇ ਦਾਇਰੇ ਤੋਂ ਬਾਹਰ ਨਿਕਲ ਚੁੱਕੀ ਹੈ, ਔਰ ਸਰਕਾਰ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਜੀ। ਜੋ GSGMC ਦੇ ਚੁਣਾव 25 ਅਪ੍ਰੈਲ ਨੂੰ ਹੋਣੇ ਸਨ, ਉਹ ਕਰੋਨਾ ਕਰਕੇ ਸਮਾਂ ਬੜਾ ਮਾੜਾ ਭਿਆਨਕ ਚੱਲ ਰਿਹਾ ਸੀ, ਅੱਗੇ ਵਧੇ। ਤੇ ਪਿਛਲੇ ਦਿਨੀ ਸਾਨੂੰ ਪਤਾ ਲੱਗਿਆ ਕਿ ਦਿੱਲੀ ਗਵਰਨਮੈਂਟ ਕੋਲ ਫਾਈਲ ਪਹੁੰਚੀ ਹੈ, 18 ਜੁਲਾਈ ਦੀ ਡੇਟ ਆ ਰਹੀ ਸੀ, ਕੋਈ 25 ਜੁਲਾਈ ਕਰ ਰਿਹਾ ਸੀ। ਹੁਣ ਕੱਲ੍ਹ ਦੀ ਨਿਊਜ਼ ਹੈ ਕਿ ਸਰਕਾਰ ਨੇ ਇਹ ਫਾਈਲ ਵੀ ਵਾਪਸ ਕਰ ਦਿੱਤੀ ਹੈ, ਔਰ ਰੀਜ਼ਨ ਦਿੱਤਾ ਕਿ ਕਰੋਨਾ ਦੀ ਤੀਸਰੀ ਵੇਵ ਆ ਸਕਦੀ ਹੈ, ਹਰੇ ਕਰੋਨਾ ਦਾ ਕੰਟਰੋਲ ਬਾਕੀ ਹੈ। ਅਸੀਂ ਸਰਕਾਰ ਦੀ ਗੱਲਾਂ ਤੋਂ ਸਹਿਮਤ ਹਾਂ। ਇਲੈਕਸ਼ਨ ਪਹਿਲੀ ਗੱਲ ਤਾਂ ਬਿਲਕੁਲ ਟਾਈਮ ਨਾਲ ਹੋਣੇ ਚਾਹੀਦੇ, ਜਲਦੀ ਹੋਣੇ ਚਾਹੀਦੇ ਨੇ, ਲੇਕਿਨ ਅਗਰ ਚਲੋ ਲੇਟ ਵੀ ਹੋ ਰਹੇ ਨੇ तो जो मौजूदा हालात चल रहे हैं दिल्ली कमेटी के, जो दिल्ली कमेटी के मौजूदा प्रधान सो कॉल्ड जनरल सैकटरी ने जो अनाउंसमेंटा कर रहे हैं, जो फंड्स का मिसयूज़ कर रहे हैं, जो होर भी अननैसेसरी खर्चे कर रहे हैं, इसका कंट्रोल किस तरह हो सकता है, ये सरकार को यह गल सोचनी पेगी। या तो कोई 5 मैंबरी कमेटी बनाई जाए जब तक इलैक्शन नहीं होंगे, या कोई सरकार वालों नुमाइंदा बनाया जाए जो सारी देख रेख करे। असी तो रिक्वेस्ट करेंगे गौरमेंट को कि जी प्रेजेंट कमेटी है, एक डिजोल्व कमेटी है, इनू कोई पावर नहीं है कोई डिसीजन लैन का। सो इस कमेटी नू बिल्कुल डिजोल्व किया जाए और एक 5 मैंबरी कमेटी जो 5 सिख साढ़े दिल्ली के जो नामवर सिख हों, जो पॉलिटिकल बैकग्राउंड ना रखते हों, उन्होंने 5 सिख शख्सियतों दिल्ली कमेटी चलाने वास्ते सरकार अगे लैके आए। बाकी साड़ी रिक्वेस्ट है दिल्ली सरकार नू, सेंट्रल गौरमेंट नू कि जरूर जिन्नी जल्दी हो सके तो इस सिलेक्शन नू कराए जान, ताकि जो साढ़े हक हकूक ने, जो साड़ी आवाज़ है, जो सिख संगत की मंग है, वो पूरी होए। ਚੋਣਾਂ ਲੜ ਰਹੀਆਂ ਸਾਰੀਆਂ ਵੱਡੀਆਂ ਸਿੱਖ ਪਾਰਟੀਆਂ DSGMC ਦੀਆਂ ਚੋਣਾਂ ਮੁਲਤਵੀ ਕਰਨ ਲਈ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਹਨ। ਆਮ ਤੌਰ ਤੇ ਦਿੱਲੀ ਵਿੱਚ ਗੁਰਦੁਆਰਾ ਬਾੜੀ ਚੋਣਾਂ ਲਈ ਸਿੱਖ ਵੋਟਰਾਂ ਦੀ ਗਿਣਤੀ ਲਗਭਗ 45% ਹੈ, ਪਰ ਇਸ ਸਾਲ ਇਹ ਮੰਨਿਆ ਜਾਂਦਾ ਹੈ ਕਿ ਚੋਣਾਂ ਹੋਈਆਂ ਤਾਂ ਵੋਟਰਾਂ ਦੀ ਗਿਣਤੀ ਲਗਭਗ 25% ਰਹਿ ਸਕਦੀ ਹੈ, ਕਿਉਂਕਿ ਬਹੁਤ ਸਾਰੇ ਸਿੱਖ ਵੋਟਰ ਜੋ ਕੋਵਿਡ ਮਹਾਮਾਰੀ ਦਾ ਸਾਹਮਣਾ ਕਰਦੇ ਰਹੇ ਹਨ ਆਪਣੇ ਘਰਾਂ 'ਚ ਰਹਿਣ ਨੂੰ ਹੀ ਸਲਾਹ ਦੇਣਗੇ। ਸੂਤਰਾਂ ਨੇ ਕਿਹਾ ਕਿ ਸਿੱਖ ਵੋਟਰਾਂ ਦੀ ਘੱਟ ਵੋਟਿੰਗ ਨਾਲ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੀ ਲਾਭ ਮਿਲੇਗਾ, ਜੋ ਕਿ ਪੰਜਾਬ ਚੋਣਾਂ ਵਿੱਚ ਆਪ ਦੀ ਚੋਣ ਭਵਿੱਖਬਾਣੀ ਦੇ ਹੱਕ ਵਿੱਚ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ DSGMC ਚੋਣਾਂ ਦੇ ਮੌਜੂਦਾ ਪ੍ਰਬੰਧਨ ਉੱਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਵੀ ਲਗਾਏ ਸਨ, ਜਿਸ ਦੇ ਜਵਾਬ ਵਿੱਚ ਦਿੱਲੀ ਦੀ ਅਦਾਲਤ ਨੇ ਸਿਰਸਾ ਨੂੰ ਦੇਸ਼ ਤੋਂ ਬਾਹਰ ਜਾਣ ਦੀ ਮਨਾਹੀ ਕੀਤੀ ਸੀ, ਜਿੱਥੋਂ ਤੱਕ ਕਿ ਮਨਜੀਤ ਸਿੰਘ ਜੀਕੇ ਆਪਣੇ ਕਾਰਜਕਾਲ ਦੌਰਾਨ DSGMC ਵਿੱਚ ਭ੍ਰਿਸ਼ਟਾਚਾਰ ਲਈ ਆਲੋਚਨਾ ਦੇ ਘੇਰੇ ਵਿੱਚ ਰਹੇ ਹਨ। ਪ੍ਰਬੰਧਕ ਕਮੇਟੀ ਦਾ ਪਹਿਲਾ ਪ੍ਰਧਾਨ ਹੈ ਜਿਸ ਉੱਤੇ ਇੰਨਾ ਵੱਡਾ ਇਲਜ਼ਾਮ ਲੱਗਿਆ, ਜਿਵੇਂ ਸੁਣਨਾ ਨਹੀਂ ਚਾਹ ਰਿਹਾ ਹੈ ਕਿ ਵੀ ਉਹਨਾਂ ਨੂੰ ਵਿਦੇਸ਼ ਜਾਣ ਤੋਂ ਵੀ ਰੋਕ ਲਗਾ ਦਿੱਤੀ ਗਈ ਹੈ ਕੋਰਟ ਨੇ, ਔਰ ਸ਼ਾਇਦ ਉਹਨਾਂ ਦਾ ਪਾਸਪੋਰਟ ਵੀ ਬਹੁਤ ਜਲਦੀ ਜ਼ਬਤ ਹੋ ਜਾਏ। ਕਿ ਇਸ ਐਸੇ ਇਨਸਾਨ ਨੂੰ ਆਪਣੀ ਜ਼ਿੰਮੇਵਾਰੀ, ਆਪਣੀ ਮੋਰਲ ਡਿਊਟੀ ਸਮਝਦੇ ਹੋਇਆ ਅਗਰ ਮਨਜੀਤ ਸਿੰਘ ਜੀਕੇ ਰਿਜ਼ਾਈਨ ਕਰ ਸਕਦਾ ਆਪਣੀ ਪੋਸਟ ਤੋਂ, ਤਾਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਰਿਜ਼ਾਈਨ ਕਿਉਂ ਨਹੀਂ ਕਰ ਸਕਦਾ। ਮੈਂ ਦਿੱਲੀ ਸਰਕਾਰ ਨੂੰ ਅਪੀਲ ਕਰਾਂਗਾ ਬਈ ਇਸ जो करप्शन होए इसनूं रोकण दा इक्को सिर्फ तरीका है बई दिल्ली सिख गुरुद्वारा प्रबंधक कमेटी के इलैक्शन जल्दी तो जल्दी कराए जाण। पिछले दिनों के
ਜੋ ਕਰੋਨਾ ਦੇ ਪੇਸ਼ੈਂਟ ਨੇ ਬਹੁਤ ਘੱਟ ਹੋ ਗਏ ਨੇ ਔਰ ਵਾਹਿਗੁਰੂ ਦੀ ਬਖਸ਼ਿਸ਼ ਨਾਲ ਬਹੁਤ ਜਲਦੀ ਇਹ ਠੀਕ ਵੀ ਹੋ ਜਾਣਗੇ ਸਾਰੇ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਯੂਪੀ ਦੇ ਵਿੱਚ ਪੰਚਾਇਤ ਇਲੈਕਸ਼ਨ ਹੋਏ ਨੇ, ਕੱਲ੍ਹ ਪਰਸੋਂ ਬਲਾਕ ਇਲੈਕਸ਼ਨ ਵੀ ਹੋਏ ਨੇ। ਅਗਰ ਇੰਨੇ ਵੱਡੇ ਇੱਕ ਸਟੇਟ ਦੇ ਵਿੱਚ ਇਲੈਕਸ਼ਨ ਹੋ ਸਕਦੇ ਨੇ ਤਾਂ ਦਿੱਲੀ ਵਿੱਚ ਇਲੈਕਸ਼ਨ ਕਿਉਂ ਨਹੀਂ ਹੋ ਸਕਦੇ? ਕਿਉਂ ਬਾਰ-ਬਾਰ ਉਹਨੂੰ ਪੋਸਟਪੋਨ ਕੀਤਾ ਜਾ ਰਿਹਾ ਹੈ? 18 ਜੁਲਾਈ ਦੀ ਜਿਹੜੀ ਡੇਟ ਸੀ ਲੱਗ ਰਿਹਾ ਵੀ ਉਹਨੂੰ ਫਿਰ ਪੋਸਟਪੋਨ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਤੁਹਾਡੇ ਮਾਧਿਅਮ ਦੇ ਉੱਤੇ ਇੱਕ ਮੈਂ ਅਪੀਲ ਕਰਨਾ ਚਾਹੁੰਦਾ ਵਾਂ ਬਈ ਸਾਡੀ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਨੇ ਬਹੁਤ ਹੀ ਛੋਟੀ ਜਿਹੀ ਕਮਿਊਨਿਟੀ ਉਹਦੇ ਇਲੈਕਸ਼ਨ ਨੇ। ਤਕਰੀਬਨ 3 ਲੱਖ ਵੋਟਾਂ ਜਿਹੜੀਆਂ ਨੇ ਹੈਗੀਆਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੋਟਰਾਂ ਦੀਆਂ, ਔਰ 50% ਅਗਰ ਵੋਟ ਪਏ ਤਾਂ 1.5 ਲੱਖ ਦੇ ਕਰੀਬ ਵੋਟ ਪੈਂਦੀ ਹੈ। ਅਗਰ ਅਸੀਂ ਦਿੱਲੀ ਦੇ 70 ਇਲਾਕਿਆਂ ਨੂੰ ਅਗਰ ਐਮਐਲਏ ਦੇ ਵਾਰਡਾਂ ਦੇ ਸਾਹਮਣੇ ਇਹਨਾਂ ਨੂੰ ਵੰਡਿਆ ਜਾਏ ਤਾਂ ਤਕਰੀਬਨ 2100 ਕੁਛ ਵੋਟਾਂ ਇੱਕ ਇਲਾਕੇ 'ਚ ਇੱਕ ਵਾਰਡ 'ਚ ਪੈਂਦੀਆਂ ਨੇ, ਔਰ ਅਗਰ ਕਮੇਟੀ ਦੇ 46 ਵਾਰਡ ਨੇ ਉਹਨਾਂ ਨਾਲ ਵੰਡਿਆ ਜਾਵੇ ਤਾਂ ਤਕਰੀਬਨ 3200 ਕੁਛ ਵੋਟਾਂ ਇੱਕ ਇਲਾਕੇ 'ਚ ਪੈਂਦੀਆਂ ਨੇ। ਸੰਗਤ ਜੀ, ਇੱਕ ਵਾਰਡ ਦੇ ਵਿੱਚ ਵੀ ਤਕਰੀਬਨ 11, 12, 13 ਪਾਰਟ ਹੈਗੇ ਨੇ, ਯਾਨੀ ਕਿ ਤਕਰੀਬਨ 300 ਵੋਟ ਇੱਕ ਪਾਰਟ 'ਚ ਪੈਂਦੀ ਹੈ। 300 ਵੋਟ ਨਾਲ ਕੋਈ ਬਹੁਤ ਜ਼ਿਆਦਾ ਕਰੋਨਾ ਦੇ ਫੈਲਣ ਦਾ ਕੋਈ ਇੰਨਾ ਰਸ਼ ਹੋਣ ਦਾ ਡਰ ਨਹੀਂ ਹੈਗਾ। ਮੈਂ ਸਰਕਾਰ ਨੂੰ, LG ਸਾਹਿਬ ਨੂੰ, ਗੁਰਦੁਆਰਾ ਡਾਇਰੈਕਟਰ ਦੇ ਇਲੈਕਸ਼ਨ ਨੂੰ ਔਰ ਮਿਨਿਸਟਰ ਸਾਹਿਬ ਨੂੰ ਇਹ ਬੇਨਤੀ ਕਰਾਂਗਾ ਬਈ ਇਹਨਾਂ ਦੀ ਜਿਹੜੀ ਚਾਲਾਂ ਚੱਲ ਰਹੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਉਹਨਾਂ ਦੇ ਜਿਹੜੇ ਆਕਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਹਮੇਸ਼ਾ ਇਲੈਕਸ਼ਨ ਨੂੰ ਲੇਟ ਕਰਾਉਣ ਦਾ ਜਾਂ ਮੈਨੂਪੂਲੇਟ ਕਰਾਉਣ ਦਾ ਵੱਧ ਤੋਂ ਵੱਧ ਇਹਨਾਂ ਤਰੀਕੇ ਆਉਂਦੇ ਨੇ। ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਕਰੀਬਨ ਸ਼ਾਇਦ 12 ਸਾਲ ਹੋ ਗਏ ਨੇ ਅੱਜ ਤੱਕ ਇਲੈਕਸ਼ਨ ਨਹੀਂ ਹੋਏ, ਔਰ ਸੇਮ ਟੈਕਟਿਕਸ ਇਹ ਦਿੱਲੀ ਵਿੱਚ ਵੀ ਆਈ ਚਾਹੁੰਦੇ ਨੇ ਵੀ ਕਿਸੇ ਤਰੀਕੇ ਇਲੈਕਸ਼ਨ ਲੇਟ ਹੋ ਜਾਣ ਜਾਂ ਟਲ ਜਾਣ, ਉਸ ਤੋਂ ਪਹਿਲੇ ਪੰਜਾਬ ਦੇ ਇਲੈਕਸ਼ਨ ਕਰਾਏ ਜਾਣ। ਮੈਂ ਸਰਕਾਰ ਨੂੰ ਅਪੀਲ ਕਰਾਂਗਾ ਬਈ ਅਗਰ ਤੁਸੀਂ ਉਸ ਲਈ ਗੁਰਦੁਆਰਾ ਕਮੇਟੀ ਦੇ ਇਲੈਕਸ਼ਨ ਕਰਵਾ ਦਿੰਦੇ ਹੋ ਤੇ ਇਹ ਜਿਹੜਾ ਬਾਦਲ ਦਲ ਹੈ, ਜਿਹੜੇ ਬਾਦਲਾਂ ਦੇ ਥਾਪੇ ਹੋਏ ਜਿਹੜੇ ਲਿਫਾਫੇ 'ਚੋਂ ਨਿਕਲੇ ਹੋਏ ਪ੍ਰਧਾਨ ਸੈਕਟਰੀ ਨੇ, ਇਹ ਬਹੁਤ ਹੀ ਜਲਦੀ ਬਾਹਰ ਹੋ ਜਾਣਗੇ ਔਰ ਪੰਜਾਬ ਦੀ ਸੰਗਤ ਵੀ ਸਰਕਾਰ ਦਾ ਪੂਰਾ ਸਾਥ ਦੇਗੀ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਦਿੱਲੀ ਗੁਰਦੁਆਰਾ ਕਮੇਟੀ ਜੋ ਕਰਪਸ਼ਨ ਜੋ ਘਪਲੇ ਹੋ ਰਹੇ ਨੇ ਇਹਨੂੰ ਰੋਕਣਾ ਬਹੁਤ ਜ਼ਰੂਰੀ ਹੈ। ਕੋਡ ਆਫ ਕੰਡਕਟ ਜਿਹੜਾ ਲੱਗਾ ਨਾ ਤੇ ਇਹਦੇ ਵਿੱਚ ਤੁਸੀਂ ਦੇਖੋ ਜਦੋਂ ਇਲੈਕਸ਼ਨ ਅਨਾਉਂਸ ਹੁੰਦੇ ਨੇ ਤੇ ਉਸ ਤੋਂ 2 ਮਹੀਨੇ ਪਹਿਲੇ ਤੱਕ ਹੀ ਜਿਹੜਾ ਹੈਗਾ ਨਾ ਇਹ ਜਿਹੜੇ ਵੀ ਬੰਦੇ ਇਲੈਕਸ਼ਨ ਦੇ ਵਿੱਚ ਅਗਰ ਭਾਗ ਲੈਂਦੇ ਪਏ ਨੇ ਕੁਝ ਵੀ ਨਹੀਂ ਕਰ ਸਕਦੇ। ਹੁਣ ਤੁਸੀਂ ਦੇਖੋ ਕਿ ਮਨਜਿੰਦਰ ਸਿੰਘ ਸਿਰਸਾ ਜੀ ਦਾ ਬਾਰ-ਬਾਰ ਤੁਸੀਂ ਦੇਖੋ ਪਹਿਲੇ 25 ਅਪ੍ਰੈਲ ਨੂੰ ਜਿਹੜੇ ਇਲੈਕਸ਼ਨ ਹੋਣੇ ਸੀਗੇ ਉਹ ਡਿਊ ਟੂ ਤੁਸੀਂ ਦੇਖੋ ਕੋਵਿਡ-19 ਦੇ ਚੱਕਰ ਦੇ ਵਿੱਚ ਉਹ ਫਿਰ ਕਰ ਦਿੱਤੇ ਗਏ ਜੀ ਵੀ 18 ਜੁਲਾਈ ਨੂੰ ਹੋਣਗੇ। ਹੁਣ 18 ਜੁਲਾਈ ਤੋਂ ਵੀ ਜਿਹੜਾ ਹੈਗਾ ਨਾ ਇਹਨਾਂ ਨੂੰ ਵੀ ਜਿਹੜਾ ਪੋਸਟਪੋਨ ਕੀਤਾ ਗਿਆ ਹੈਗਾ, ਹਜੇ ਤੱਕ ਇਹਦੀ ਕੋਈ ਡੇਟ ਨਹੀਂ ਆਈ। ਹੁਣ ਇਹਦੇ ਵਿੱਚ ਜੋ ਵੀ ਮਨਜਿੰਦਰ ਸਿੰਘ ਸਿਰਸਾ ਜੀ ਕਹਿੰਦੇ ਪਏ ਨੇ ਕਿ ਜੀ ਦੇਖੋ ਜੀ ਕੋਵਿਡ-19 ਦੇ ਵਿੱਚ ਅਸੀਂ 125 ਬੈੱਡ ਦਾ ਹਸਪੀਟਲ ਨਵਾਂ ਬਣਾਉਂਦੇ ਪਏ ਹਾਂ, ਬਾਲਾ ਸਾਹਿਬ ਦੇ ਵਿੱਚ ਤੁਸੀਂ ਦੇਖੋ ਹਸਪੀਟਲ ਦੇ ਵਿੱਚ ਬਣਾ ਰਹੇ 125 ਬੈੱਡ ਦਾ ਬਣਾ ਰਹੇ ਹਾਂ, ਇਹਦੇ ਵਿੱਚ ਦੇਖੋ ਜੀ ਸਾਡੇ ਕੋਲ ਜੀ ਅਸੀਂ ਐਂਬੂਲੈਂਸ ਲੈ ਰਹੇ ਹਾਂ, ਇਹ ਲੈ ਰਹੇ ਹਾਂ, ਉਹ ਲੈ ਰਹੇ ਹਾਂ। ਇਹ ਚੀਜ਼ਾਂ ਬੇਸਿਕਲੀ ਇਹ ਜਦੋਂ ਵੀ ਤੁਹਾਡਾ ਮਾਡਲ ਜਿਹੜਾ ਕੋਡ ਆਫ ਕੰਡਕਟ ਜਿਹੜਾ ਲੱਗਾ ਹੁੰਦਾ ਇਹ ਕਿਸੇ ਵੀ ਚੀਜ਼ ਦੀ ਇਹਨਾਂ ਕੋਲ ਮਨਜਿੰਦਰ ਸਿੰਘ ਸਿਰਸਾ ਦੇ ਕੋਲ ਕੋਈ ਇਹਨਾਂ ਕੋਲ ਪਾਵਰ ਹੀ ਨਹੀਂ ਹੈਗੀ। ਮੈਂ ਗੱਲ ਹੋਰ ਵੀ ਤੁਹਾਡੇ ਚੈਨਲ ਤੋਂ ਰਾਹੀਂ ਕਹਿਣਾ ਚਾਹੁੰਦਾ ਵਾਂ, ਜਿਸ ਤਰ੍ਹਾਂ ਮਨਜਿੰਦਰ ਸਿੰਘ ਸਿਰਸਾ ਐਜ਼ ਏ ਪ੍ਰਧਾਨ ਅਗਰ ਬਾਰ-ਬਾਰ ਅਗਰ ਮੋਡ ਆਫ ਕੰਡਕਟ ਦੀ ਜਿਹੜੀ ਕਿ ਵਾਇਲੇਸ਼ਨ ਕਰਦੇ ਪਏ ਹੈਗੇ ਨੇ ਤੇ ਇਹਨਾਂ ਦੀ ਜਿਹੜੀ ਤੁਸੀਂ ਦੇਖੋ ਕਿ ਮੈਂਬਰਸ਼ਿਪ ਵੀ ਇਹਨਾਂ ਦੀ ਕੈਂਸਲ ਹੋ ਸਕਦੀ ਹੈ। ਇਹਨਾਂ ਦੀ ਮੈਂਬਰਸ਼ਿਪ ਦੇ ਨਾਲ ਹੀ ਤੁਸੀਂ ਦੇਖੋ ਕਿ ਜੇ ਅਗਰ ਆਪਣਾ ਜਿਹੜਾ ਇਲੈਕਸ਼ਨ ਜਿਹੜਾ ਲੜਦੇ ਪਏ ਹੈਗੇ ਨਾ ਉਹ ਵੀ ਰੱਦ ਕੀਤਾ ਜਾ ਸਕਦਾ, ਨੋਮੀਨੇਸ਼ਨ ਜਿਹਨੂੰ ਅਸੀਂ ਕਹਿ ਸਕਦੇ ਹਾਂ। ਤੇ ਮੈਨੂੰ ਅੱਜ ਤੱਕ ਇਹ ਗੱਲ ਨਹੀਂ ਸਮਝ ਆਉਂਦੀ ਵੀ ਬਾਰ-ਬਾਰ ਅਗਰ ਕੋਡ ਆਫ ਕੰਡਕਟ ਦੀ ਅਗਰ ਵਾਇਲੇਸ਼ਨ ਕਰਦੇ ਪਏ ਹੈਗੇ ਨੇ ਤੇ ਜਿਹੜੇ ਸਾਡੇ ਇਲੈਕਸ਼ਨ ਕਮਿਸ਼ਨਰ ਹੈਗੇ ਨੇ ਉਹ ਵੀ ਇਹਦੇ ਤੇ ਕਿਉਂ ਨਹੀਂ ਜ਼ਿਆਦਾ ਸੰਗਿਆਨ ਲੈ ਰਹੇ। ਲੈਣਾ ਚਾਹੀਦਾ ਹੈ, 100% ਲੈਣਾ ਚਾਹੀਦਾ ਹੈ। ਬਾਰ-ਬਾਰ ਅਗਰ ਕੋਈ ਗਲਤੀਆਂ ਕਰਦਾ ਪਿਆ ਤੇ ਇਹਦੇ ਵਿੱਚ ਵੀ ਇਲੈਕਸ਼ਨ ਕਮਿਸ਼ਨਰ ਨੂੰ ਜਿਹੜਾ ਹੈਗਾ ਨਾ ਬਹੁਤ ਵੱਡਾ ਜਿਹੜਾ ਸਟੈਪ ਚੁੱਕ ਕੇ ਜਿਹੜਾ ਹੈਗਾ ਨਾ ਇਹਦੇ ਉੱਤੇ ਗੱਲ ਕਰਨੀ ਚਾਹੀਦੀ ਹੈਗੀ ਹੈ, ਔਰ ਜਿਹੜੀ ਬਣਦੀ ਸਜ਼ਾ ਹੋਵੇ ਜਾਂ ਜਿਹੜੀ ਇਹਦੀ ਮੈਂਬਰਸ਼ਿਪ ਅਗਰ ਕੈਂਸਲ ਹੋਵੇ ਜਾਂ ਜਿਹੜੀ ਵੀ ਨੋਮੀਨੇਸ਼ਨ ਕੈਂਸਲ ਹੋਵੇ ਕਰ ਦੇਣੀ ਚਾਹੀਦੀ ਹੈ। ਕੀ ਦਿੱਕਤ ਹੈਗੀ? ਸਰਨਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ DSGMC ਦੇ ਪ੍ਰਧਾਨ ਵਜੋਂ ਆਪਣੇ ਕਾਰਜਕਾਲ ਦੌਰਾਨ ਸਿੱਖਿਆ ਪ੍ਰਦਾਨ ਕਰਨਾ ਅਤੇ ਸਿੱਖ ਪਛਾਣ ਦਾ ਪ੍ਰਚਾਰ ਕਰਨਾ ਉਹਨਾਂ ਦੀਆਂ ਹੋਰ ਧਾਰਮਿਕ ਗਤੀਵਿਧੀਆਂ ਤੋਂ ਇਲਾਵਾ ਮੁੱਢਲੀਆਂ ਪ੍ਰਾਪਤੀਆਂ ਹਨ, ਤਾਂ ਨਾਲ ਹੀ ਉਹਨਾਂ ਨੇ ਮੌਜੂਦਾ ਕਮੇਟੀ ਦੇ ਕਾਰਜਕਾਲ ਤੇ ਵੀ ਸਵਾਲ ਚੁੱਕੇ ਹਨ। ਸਿਰਸਾ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ DSGMC ਦੀ ਚੋਣ ਜਲਦ ਤੋਂ ਜਲਦ ਹੋਣੀ ਚਾਹੀਦੀ ਹੈ ਅਤੇ DSGMC ਨੇ ਅਦਾਲਤ ਵਿੱਚ ਲਿਖਤੀ ਤੌਰ ਤੇ ਇਹੋ ਅਪੀਲ ਕੀਤੀ ਸੀ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।